हेलो स्टूडेंट्स, हाउ आर यू? वेलकम टू योर बॉटनी ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਫੋਸਿਲਸ। ਉਹਦੇ ਵਿੱਚ ਹੀ ਅੱਜ ਅਸੀਂ ਅੱਗੇ ਪੜਾਂਗੇ ਟਾਈਪਸ ਆਫ ਫੋਸਿਲਸ ਅਤੇ ਉਹਨਾਂ ਦੇ ਕਿੱਦਾਂ ਉਹ ਪ੍ਰੀਜ਼ਰਵਡ ਹੁੰਦੇ ਆ ਮੈਥਡਸ। ਪਰ ਇਸ ਤੋਂ ਪਹਿਲਾਂ ਆਪਣਾ ਮੇਨ ਟੌਪਿਕ ਪੜ੍ਹਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦੇਵਾਂ ਕਿ ਕੋਈ ਵੀ ਆਰਗੈਨਿਜ਼ਮ, ਚਾਹੇ ਉਹ ਪਲਾਂਟ ਆ ਐਨੀਮਲ ਆ, ਜਦ ਉਹ ਟਰੈਪਡ ਹੁੰਦਾ ਆ ਇਨ ਦਾ ਸੈਡੀਮੈਂਟਰੀ ਰੌਕਸ ਜਾਂ ਬਿਟਵੀਨ ਦਾ ਸੈਡੀਮੈਂਟਰੀ ਰੌਕਸ, ਤਾਂ ਉਹ ਦੱਬ ਜਾਂਦਾ ਆ। ਤਾਂ ਉਹਦੇ ਦੱਬਣ ਨਾਲ ਉੱਥੇ ਉਹਦੀ ਛਾਪਾਂ ਜਾਂ ਇੰਪ੍ਰੈਸ਼ਨਸ ਜਿਹੜੇ ਆ ਉਹ ਰਹਿ ਜਾਂਦੇ ਆ, ਉਹਨੂੰ ਉੱਥੋਂ ਹੀ ਆਈਡੈਂਟੀਫਾਈ ਹੋ ਜਾਂਦਾ ਆ। ਉਹ ਇੱਕ ਤਰ੍ਹਾਂ ਦਾ ਫੋਸਿਲ ਹੁੰਦਾ ਆ। ਵੱਡੇ ਆਰਗੈਨਿਜ਼ਮਸ ਤਾਂ ਟੁੱਟ ਜਾਂਦੇ ਆ ਕੰਪਰੈਸ਼ਨ ਨਾਲ, ਪਰ ਜਿਹੜੇ ਜਿੱਦਾਂ ਛੋਟੇ ਪਾਰਟਸ ਆ ਪਲਾਂਟਸ ਦੇ ਜਾਂ ਫਿਰ ਛੋਟੇ ਆਰਗੈਨਿਜ਼ਮਸ ਆ, ਇਨਸੈਕਟਸ ਵਗੈਰਾ, ਉਹ ਕੰਪਰੈਸ਼ਨ ਨਾਲ ਫਾਰਮਡ ਹੁੰਦੇ ਆ ਇਨ ਦਾ ਫੋਸਿਲ, ਕਨਵਰਟ ਹੋ ਜਾਂਦੇ ਆ ਇਨ ਦਾ ਫੋਸਿਲ, ਅਸੀਂ ਕਹਿ ਸਕਦੇ ਹਾਂ। ਹੁਣ ਇਨਸੈਕਟ ਔਰ ਪਲਾਂਟਸ ਦੇ ਅੰਦਰ ਆਪਾਂ ਪਤਾ ਆ ਕਿ ਬਾਡੀ ਜਿਹੜੀ ਆ ਉਹ ਆਰਗੈਨਿਕ ਮਟੀਰੀਅਲਸ ਦੀ ਬਣੀ ਹੁੰਦੀ ਆ, ਕੰਪਾਊਂਡਸ ਦੀ। ਆਰਗੈਨਿਕ ਜਿਹੜਾ ਮੈਟਰ ਬਾਡੀ ਨੂੰ ਬਣਾਉਂਦਾ ਆ, ਉਹ ਕਿਉਂਕਿ ਪੱਥਰਾਂ 'ਚ ਰਹਿ ਕੇ ਹੌਲੀ ਹੌਲੀ, ਹੁਣ ਇਹ ਇੱਕ ਦਿਨ ਦਾ ਤਾਂ ਪ੍ਰੋਸੈਸ ਹੈ ਨਹੀਂ, ਕਈ 100 ਸਾਲ ਵੀ ਲੱਗਦੇ ਆ, ਤਾਂ ਹੌਲੀ ਹੌਲੀ ਜਿਹੜੇ ਆਰਗੈਨਿਕ ਮੈਟਰ ਆ ਉਹਦੀ ਜਿਹੜੀ ਕਹਿ ਲਓ ਕਿ ਉਹਦੀ ਜਿਹੜੀ ਕੌਨਸਟੀਚੁਐਂਸੀ ਆ ਉਹ ਥੋੜ੍ਹੀ ਬਹੁਤ ਅਲਟਰ ਕਰ ਜਾਂਦੀ ਹੈ, ਚੇਂਜ ਹੋ ਜਾਂਦੀ ਹੈ ਡਿਊ ਟੂ, ਹੁਣ ਉੱਥੇ ਕਈ ਪ੍ਰੋਸੈਸਸ ਚੱਲਦੇ ਆ, ਜਿੱਦਾਂ ਪੱਥਰਾਂ ਦਾ ਟੁੱਟਣਾ, ਰੌਕ ਫਾਰਮੇਸ਼ਨ, ਹੈ ਨਾ, ਮਿੱਟੀ ਦਾ ਕਹਿ ਲਓ ਕਿ ਉਥਲ ਪੁਥਲ ਹੋਣਾ, ਉਹਦੇ ਨਾਲ ਪਾਣੀ ਉੱਥੇ ਆਉਣਾ, ਤਾਂ ਕਰਕੇ ਉਹਦੀ ਜਿਹੜੀ ਕੌਨਸਟੀਚੁਐਂਸੀ ਆ ਥੋੜ੍ਹੀ ਜਿਹੀ ਚੇਂਜ ਹੁੰਦੀ ਆ। ਹੁਣ ਜਿਹੜੇ ਵੋਲੇਟਾਈਲ ਕੰਪਾਊਂਡਸ ਪ੍ਰੈਜ਼ੈਂਟ ਹੁੰਦੇ ਆ ਜਾਂ ਲਿਪਿਡਸ ਵਗੈਰਾ ਪ੍ਰੈਜ਼ੈਂਟ ਹੁੰਦੇ ਆ ਉਹ ਪਲਾਂਟਸ ਦੇ ਵਿੱਚ, ਉਹ ਟਰਾਂਸਫਾਰਮ ਹੋ ਜਾਂਦੇ ਆ, ਉਹਨਾਂ ਦੀ ਜਿਹੜੀ ਸਟਰਕਚਰ ਆ ਥੋੜ੍ਹੀ ਜਿਹੀ ਚੇਂਜ ਹੋ ਜਾਂਦੀ ਆ। ਔਰ ਕਿਉਂਕਿ ਉਹ ਜਿਹੜੇ ਆਰਗੈਨਿਕ ਮੈਟਰਸ ਆ ਉਹ ਵੀ ਹੌਲੀ ਹੌਲੀ ਟੁੱਟਦੇ ਆ ਬਾਹਰ ਨਿਕਲਦੇ ਆ, ਤਾਂ ਇੱਕ ਪਿੱਛੇ ਥਿਨ ਫਿਲਮ ਰਹਿ ਜਾਂਦੀ ਹੈ ਇਹਨਾਂ ਆਰਗੈਨਿਕ ਮੈਟਰਸ ਦੀ ਵੀ। ਥਿਨ ਫਿਲਮ ਮਤਲਬ ਪਤਲੀ ਜਿਹੀ ਲੇਅਰ। ਹੁਣ ਇਹ ਜਿਹੜੀ ਪਤਲੀ ਲੇਅਰ ਆ ਇਹਦੇ ਵਿੱਚ ਵੀ ਹੱਲੇ ਸਟੇਬਲ ਕਾਰਬਨ ਮੋਲੀਕਿਊਲਸ ਦੀ ਇਹ ਬਣੀ ਹੁੰਦੀ ਆ, ਜਿਹੜੀ ਕਿ ਕਹਿ ਲਓ ਕਿ ਰਿਟੇਨ ਰਹਿੰਦੀ ਆ। ਕਾਰਬਨ ਕੰਪਾਊਂਡ ਜਿਹੜੇ ਉਹ ਛੇਤੀ ਨਾ ਤਾਂ ਡੈਮੇਜ ਹੁੰਦੇ ਆ, ਨਾ ਰਿਸਦੇ ਆ, ਪਾਣੀ 'ਚ ਜਾਂਦੇ ਆ, ਨਾ ਕਿਤੇ ਖਰਾਬ ਹੁੰਦੇ ਆ। ਫਿਰ ਵੀ ਲੰਬੇ ਸਮੇਂ ਤੱਕ ਕਾਰਬਨ ਕੰਪਾਊਂਡਸ ਜਿਹੜੇ ਆ ਉਹ ਰਹਿੰਦੇ ਆ। ਅਤੇ ਅਨਸਟੇਬਲ ਕੰਪਾਊਂਡਸ ਜਿਹੜੇ ਇਹ 'ਚ ਪ੍ਰੈਜ਼ੈਂਟ ਹੁੰਦੇ ਆ ਪਲਾਂਟਸ 'ਚ, ਉਹ ਤਾਂ ਡਿਜ਼ੋਲਵ ਹੋ ਜਾਂਦੇ ਆ। ਹੁਣ ਜਿਹੜੀ ਆ ਕਾਰਬਨ ਕੰਪਾਊਂਡਸ ਬਚਦੇ ਆ, ਇਹਨੂੰ ਅਸੀਂ ਇਹੀ ਉੱਥੇ ਜੰਮਣੇ ਆ, ਇਹਨਾਂ ਨੇ ਹੀ ਫੋਸਿਲ 'ਚ ਕਨਵਰਟ ਹੋਣਾ ਆ, ਸੋ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਾਰਬੋਨਾਈਜੇਸ਼ਨ। ਹੁਣ ਜਿਹੜਾ ਕੰਪਰੈਸ਼ਨ ਫੋਸਿਲ ਆ ਉਹਨੂੰ ਅਸੀਂ ਕਾਰਬੋਨਾਈਜੇਸ਼ਨ ਵੀ ਕਹਿ ਸਕਦੇ ਹਾਂ। ਥਿਨ ਕਾਰਬਨ ਲੇਅਰ ਜਿਹੜੀ ਪਲਾਂਟ ਕੰਪਰੈਸ਼ਨ 'ਤੇ ਹੁੰਦੀ ਆ ਉਹਨੂੰ ਫਾਈਟੋਲਿੰਬ ਵੀ ਕਹਿੰਦੇ ਆ। ਫਾਈਟੋਲਿੰਬ ਤੋਂ ਹੀ ਕੋਲੀਫਾਈਡ ਇੰਪ੍ਰੈਸ਼ਨ ਜਿਹੜੇ ਫੋਸਿਲਸ ਆ ਉਹਦਾ ਨਾਮ ਪਿਆ ਆ। ਇਹ ਅਸੀਂ ਥੋੜ੍ਹਾ ਜਿਹਾ ਬਾਅਦ 'ਚ ਪੜ੍ਹਨਾ ਆ। ਇਹ ਮੈਂ ਤੁਹਾਨੂੰ ਪਹਿਲਾਂ ਜਨਰਲ ਉਹੀ ਕਹਿ ਲਓ ਕਿ ਮੈਥਡ ਦੱਸ ਰਹੀ ਹਾਂ ਕਿ ਕਿਵੇਂ ਫੋਸਿਲ ਜਿਹੜੇ ਆ ਉਹ ਕੰਪਰੈਸਡ ਹੁੰਦੇ ਆ। ਹੁਣ ਜਿਹੜੇ ਆਰਗੈਨਿਜ਼ਮ ਸਕਵੀਜ਼ਡ ਹੁੰਦੇ ਆ ਕੰਪਰੈਸ਼ਨਸ, ਉਹ ਕਿਉਂਕਿ ਆਪਾਂ ਉੱਪਰ ਪੜ੍ਹਿਆ ਕਿ ਕੁਝ ਪਾਰਟਸ ਤਾਂ ਡਿਸਟੋਰਡ ਹੋ ਜਾਂਦੇ ਆ, ਕੰਪਾਊਂਡਸ ਕੁਝ ਜਿਹੜੇ ਆ ਉਹ ਡਿਜ਼ੋਲਵ ਹੋ ਕੇ ਬਾਹਰ ਨਿਕਲ ਜਾਂਦੇ ਆ, ਤਾਂ ਹਰ ਚੀਜ਼ ਦੀ ਇੰਪ੍ਰਿੰਟਸ ਮਤਲਬ ਨਿਸ਼ਾਨ ਉੱਥੇ ਇੰਪ੍ਰੈਸ਼ਨਸ ਜਿਹੜੇ ਆ ਰਹਿ ਜਾਂਦੇ ਆ, ਟ੍ਰੇਸਿਸ ਰਹਿ ਜਾਂਦੇ ਆ, ਮਾਰਕਸ। ਇੱਦਾਂ ਹੀ ਜਦੋਂ ਸਿਲਟਸਟੋਨ ਕੀ ਹੈ, ਜਿੱਦਾਂ ਨਦੀਆਂ ਨਹਿਰਾਂ 'ਚ ਪਾਣੀ ਨਾਲ ਪੱਥਰ ਵਗ ਕੇ ਚੱਲ ਕੇ ਆਉਂਦੇ ਆ, ਇਹ ਜਦੋਂ ਟੁੱਟਦੇ ਆ ਤਾਂ ਪਿੱਛੇ ਸਾਨੂੰ ਕੰਪਰੈਸ਼ਨ ਔਰ ਇੰਪ੍ਰੈਸ਼ਨ ਜਿਹੜੇ ਆ ਅਸੀਂ ਉਹਨਾਂ ਤੋਂ ਲੈ ਸਕਦੇ ਹਾਂ, ਸਟੱਡੀ ਕਰ ਸਕਦੇ ਹਾਂ। ਕੰਪਰੈਸ਼ਨ ਤੋਂ ਸਿਰਫ ਔਰ ਸਿਰਫ ਐਕਸਟਰਨਲ ਮੋਰਫੋਲੋਜੀ ਆਫ ਪਾਰਟ ਆਫ ਪਲਾਂਟ ਜਾਂ ਉਸ ਪਲਾਂਟ ਦੀ ਜਾਂ ਫਿਰ ਲਿਵਿੰਗ ਐਨੀਮਲ ਦੀ ਐਕਸਟਰਨਲ ਮੋਰਫੋਲੋਜੀ ਜਿਹੜੀ ਆ ਉਹ ਅਸੀਂ ਸਟੱਡੀ ਕਰ ਸਕਦੇ। ਹੁਣ ਇਸ ਤਰ੍ਹਾਂ ਜਿੱਦਾਂ ਚਪਟਾ ਨਹੀਂ ਹੋ ਜਾਂਦਾ ਕਿ ਅਸੀਂ
ਕੋਈ ਚੀਜ਼ ਮੋਟੀ ਆ ਉਹਨੂੰ ਪ੍ਰੈਸ ਕਰ ਦਈਏ ਉਹਦਾ ਕਚੁੰਬਰ ਜਿਹਾ ਨਿਕਲ ਜਾਂਦਾ ਆ। ਇਸ ਤਰ੍ਹਾਂ ਦਾ ਫਲੈਟਨ ਤੁਹਾਨੂੰ 2 ਡਾਇਮੈਂਸ਼ਨਲ ਸਟਰਕਚਰ ਜਿਹੜਾ ਆ ਛਾਪਾਂ ਉਹ ਮਿਲਣਗੀਆਂ। ਇੰਪ੍ਰੈਸ਼ਨ ਜਿਹੜਾ ਆ ਉਹ ਜ਼ਿਆਦਾਤਰ ਰਿਪਰੈਜ਼ੈਂਟ ਕਰਦਾ ਆ ਨੈਗੇਟਿਵ ਇੰਪ੍ਰਿੰਟ ਆਫ ਕੰਪਰੈਸ਼ਨ। ਹੁਣ ਕਿਉਂਕਿ ਪੂਰਾ ਪਲਾਂਟ ਤਾਂ ਹੁੰਦਾ ਨਹੀਂ ਹੈਗਾ, ਤਾਂ ਉਹ ਪ੍ਰੈਸ ਹੋ ਕੇ ਜਿਹੜੇ ਦੱਬ ਕੇ ਉਹਦੀ ਕਹਿ ਲਓ ਟਰੇਸਸ ਬਣਨੇ ਆ। ਤਾਂ ਉਹ ਤੁਸੀਂ ਕਈ ਵਾਰ ਕੋਈ ਇਮੈਜਨਰੀ ਡਰਾਇੰਗ ਬਣਾਉਂਦੇ ਆ ਤਾਂ ਆਪਣੇ ਵਿੱਚ, ਜਿਵੇਂ ਹੁਣ ਸ਼ੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣਾਈ ਆ, ਇੱਕੋ ਹੀ ਫੋਟੋ ਹਰ ਘਰ 'ਚ ਲੱਗੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ, ਪਰ ਉਹਨੇ ਕਦੇ ਦੇਖਿਆ ਤਾਂ ਨਹੀਂ ਸੀਗਾ, ਉਹਨੇ ਆਪਣਾ ਹੀ ਸਾਰਾ ਰੂਪ ਦਿੱਤਾ ਆ। ਇਸ ਤਰ੍ਹਾਂ ਕੰਪਰੈਸ਼ਨ ਜਿਹੜਾ ਆ ਉਹ ਸਾਨੂੰ ਉਹ ਇੰਪ੍ਰੈਸ਼ਨ ਦਿੰਦਾ ਆ ਉਸ ਫੋਸਿਲ ਦਾ ਜਾਂ ਐਨੀਮਲ ਜਾਂ ਪਲਾਂਟ ਦਾ, ਤਾਂ ਅਸੀਂ ਇਹਨੂੰ ਨੈਗੇਟਿਵ ਇੰਪ੍ਰਿੰਟ ਕਹਿ ਸਕਦੇ ਹਾਂ। ਫਿਰ ਹੁਣ ਜਿਹੜੇ ਕੰਪਰੈਸ਼ਨ ਆ ਉਹ ਰਿਟੇਨ ਕਰਦਾ ਆ ਜਿਹੜੇ ਕਹਿ ਲਓ ਕਿ ਅਲਟਰ ਟਿਸ਼ੂਜ਼ ਕੰਪੋਜ਼ ਮੇਨਲੀ ਆਫ ਕਾਰਬਨ। ਤਾਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਕਾਰਬਨ ਕੰਪਾਊਂਡਸ ਨਹੀਂ ਛੇਤੀ ਡੈਮੇਜ ਹੁੰਦੇ, ਉਹ ਉੱਥੇ ਰਿਟੇਨਡ ਹੀ ਰਹਿੰਦੇ ਆ। ਇਸੇ ਕਰਕੇ ਸਾਨੂੰ ਜਿਹੜੀਆਂ ਥਿਨ ਫਿਲਮਸ ਤੋਂ ਆਪਾਂ ਪਤਾ ਕਰ ਸਕਦੇ ਹਾਂ ਸੈੱਲ ਵਾਲੇ ਦੀ ਕਾਹਦੀ ਬਣੀ ਹੋਈ ਸੀਗੀ, ਸੈਲੂਲੋਜ਼ ਦੀ ਬਣੀ ਹੋਈ ਸੀਗੀ ਜਾਂ ਕਿਸ ਚੀਜ਼ ਦੀ, ਹੈ ਨਾ। ਤੁਸੀਂ ਪੜ੍ਹਿਆ ਹੋਇਆ ਹਰ ਕਿੰਗਡਮ, ਪਲਾਂਟ ਕਿੰਗਡਮ, ਐਨੀਮਲ ਕਿੰਗਡਮ 'ਚ ਕਿ ਹਰ ਦੀ ਸੈੱਲ ਵਾਲ ਜਿਹਦੀ ਵੀ ਹੁੰਦੀ ਆ ਉਹ ਕਿਸ ਚੀਜ਼ ਦੀ ਬਣੀ ਹੁੰਦੀ ਆ। ਤਾਂ ਜੇ ਕਾਰਬਨ ਲੇਅਰ ਜਿਹੜੀ ਆ ਉਹ ਕੰਪਰੈਸ਼ਨ ਤੋਂ ਮੰਨ ਲਓ ਕਿਸੇ ਕਾਰਨ ਟੁੱਟ ਗਈ ਆ, ਝੜ ਗਈ ਆ, ਬਹਿ ਗਈ ਆ, ਤਾਂ ਉੱਥੇ ਉਹਦੀ ਛਾਪ ਜ਼ਰੂਰ ਮਿਲਦੀ ਆ ਕਾਰਬਨ ਕੰਪਾਊਂਡਸ ਦੀ। ਇਹ ਤੁਸੀਂ ਹਮੇਸ਼ਾ ਯਾਦ ਰੱਖਣਾ ਆ। ਉੱਤੋਂ ਹੀ ਆਪਾਂ ਆਈਡੀਆ ਲਗਾ ਲੈਣਾ, ਉੱਤੋਂ ਹੀ ਸਾਨੂੰ ਸਟਰਕਚਰ ਦਾ ਪਤਾ ਲੱਗ ਜਾਂਦਾ ਹੈ। ਤਾਂ ਹੁਣ ਚਲੋ ਇੰਨਾ ਨਹੀਂ ਤੁਸੀਂ ਕਰਨਾ ਹੈਗਾ, ਇਹ ਮੈਂ ਕਿਸੇ ਹੋਰ ਬੁੱਕ 'ਚੋਂ ਤੁਹਾਨੂੰ ਇੱਥੇ ਦੱਸਿਆ ਆ, ਜਸਟ ਡੈਫੀਨੇਸ਼ਨ ਥੋੜ੍ਹਾ ਜਿਹਾ ਕਰ ਲੈਂਦੇ। ਇਨਸੈਕਟਸ ਲੀਵਸ ਜਿਹੜੇ ਈਓਸਿਨ ਪੀਰੀਅਡ 'ਚ ਮਿਲੇ ਸੀਗੇ, ਉਹ ਮੰਨਿਆ ਜਾਂਦਾ ਹੈ ਕਿ ਲੀਵਸ ਇਨਸੈਕਟਸ ਜਿਹੜੇ ਆ ਉਹ ਉੱਥੇ ਐਨਟੈਂਗਲ ਮਤਲਬ ਫਸ ਗਏ ਸੀਗੇ ਸੈਡੀਮੈਂਟ ਲੇਅਰਸ 'ਚ, ਹੈ ਨਾ, ਅਤੇ ਉੱਥੋਂ ਇਹਨਾਂ ਨੇ ਖੋਜਿਆ। ਇੰਨਾ ਤੁਹਾਡੇ ਇਹ ਨਹੀਂ ਹੈਗਾ ਡਿਟੇਲ ਸਟੱਡੀ, ਐਗਜ਼ਾਮਪਲਸ ਬਸ ਅਸੀਂ ਇੰਨਾ ਮੈਥਡ ਇੱਥੇ ਸਟੱਡੀ ਕਰਨਾ ਸੀਗਾ। ਫਿਰ ਬੇਟਾ ਅੱਗੇ ਅਸੀਂ ਪੜ੍ਹਨਾ ਆ ਹੁਣ ਇਹ ਫੈਦਰਸ ਆਫ ਕਈ ਬਰਡਸ ਐਨੀਮਲਸ ਜਿਹੜੇ ਵੀ ਮਿਲੇ, ਇੰਨਾ ਨਹੀਂ। ਜਿਹੜਾ ਮੇਨ ਹੁਣ ਅਸੀਂ ਗੱਲ ਕਰਨੀ ਆ, ਆਪਣੇ ਬੁੱਕ ਵਾਲੇ ਟੌਪਿਕ 'ਤੇ ਆਉਣਾ ਆ, ਉਹ ਹੈਗਾ ਆ ਕਿ ਕਈ ਫੋਸਿਲ ਜਿਹੜੇ ਆ ਕੋਲ ਡਿਪੋਜ਼ਿਟਸ 'ਚ ਕੋਲ ਆਪਾਂ ਕੱਲ੍ਹ ਪੜ੍ਹਿਆ ਕੋਲੇ ਦੀਆਂ ਖਾਨਾਂ 'ਚ ਆਪਾਂ ਨੂੰ ਮਿਲਦੇ ਆ ਜ਼ਿਆਦਾਤਰ। ਉੱਥੇ ਜਿਹੜੇ ਫੋਸਿਲਸ ਕੰਪਰੈਸਡ ਹੋ ਗਏ ਜਾਂ ਕਾਰਬਨਾਈਜ਼ਡ ਹੋ ਗਏ, ਉਹਨੂੰ ਆਪਾਂ ਕਹਿੰਦੇ ਆ ਕੋਲੀਫਾਈਡ ਫੋਸਿਲ, ਜਿਹੜਾ ਅਸੀਂ ਹੁਣ ਪੜ੍ਹਨ ਲੱਗੇ ਹਾਂ, ਠੀਕ ਹੈ। ਅਤੇ ਜਿਹੜਾ ਹੁਣ ਸਾਡਾ ਮੇਨ ਟੌਪਿਕ ਹੈਗਾ ਆ ਉਹ ਹੈਗਾ ਆ ਕਿ ਕੋਲੀਫਾਈਡ ਕੰਪਰੈਸ਼ਨ। ਇਹਨੂੰ ਮੈਂ ਤੁਹਾਨੂੰ ਦੱਸਿਆ ਹੈ ਕਿ ਫਾਈਟੋਲੇਮਾ ਵੀ ਕਹਿੰਦੇ ਆ, ਪਿੱਛੇ ਅਸੀਂ ਪੜ੍ਹ ਕੇ ਹੀ ਆਏ ਹਾਂ। ਤਾਂ ਇਹ ਉਹ ਫੋਸਿਲ ਆ ਜਿਹੜੇ ਜਿਨ੍ਹਾਂ 'ਚ ਪ੍ਰੈਜ਼ੈਂਟ ਹੁੰਦੇ ਆ ਜਾਂ ਜਿਹੜੇ ਕੰਟੇਨ ਕਰਦੇ ਆ ਕੰਪਰੈਸਡ ਕੋਲੀਫਾਈਡ ਰਿਮੇਨਸ ਆਫ ਪਲਾਂਟਸ, ਯੂਜੂਅਲੀ in the form of black carbonaceous film in the rock। ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਕਾਰਬਨ ਕੰਪਾਊਂਡਸ ਜਿਹੜੇ ਹੁੰਦੇ ਆ ਉਹ ਨਹੀਂ ਡੈਮੇਜ ਹੁੰਦੇ। ਪੱਥਰਾਂ 'ਤੇ ਕਾਰਬਨ ਕੰਪਾਊਂਡਸ ਦੇ ਲੇਅਰਸ ਥਿਨ ਫਿਲਮਸ ਮਿਲ ਜਾਂਦੀਆਂ ਆ, ਸੈਡੀਮੈਂਟਰੀ ਰੌਕਸ। ਇੱਥੋਂ ਅਸੀਂ ਜੇ ਥਿਨ ਫਿਲਮ ਆਪ ਨਾ ਮਿਲੇ ਤਾਂ ਫਿਰ ਉਹਦੀ ਛਾਪਾਂ ਮਿਲ ਜਾਂਦੀਆਂ, ਉੱਤੋਂ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਕਿਸ ਚੀਜ਼ ਦੀ, ਮੰਨ ਲਓ ਕਿਊਟੀਕਲ ਆ ਤਾਂ ਉਹ ਕਿੱਦਾਂ ਦੀ ਸੀਗੀ, ਉਹ 'ਚ ਸਟੋਮੈਟਾ ਹੋ ਸਕਦੇ ਆ ਕਿ ਨਹੀਂ ਹੋ ਸਕਦੇ। ਦੈਨ ਇਪੀਡਰਮਿਸ ਆ ਤਾਂ ਉਹਦੇ ਵਿੱਚ ਕੀ ਪ੍ਰੈਜ਼ੈਂਟ ਸੀ, ਕਿੱਦਾਂ ਦੀ ਸੀ, ਸਿੰਗਲ ਲੇਅਰਡ ਸੀ, ਡਬਲ ਲੇਅਰਡ ਸੀ। ਦੈਨ ਤੁਹਾਡੇ ਅਗਰ ਫੋਰ ਐਗਜ਼ਾਮਪਲ ਲੀਫ ਆ ਤਾਂ ਲੀਫ ਦੇ ਵਿੱਚ ਆਊਟਰ ਮਾਰਜਿਨ ਕਿੱਦਾਂ ਦੀ ਸੀਗੀ, ਹੈ ਨਾ।
ਸਿੰਗਲ ਲੋਬਡ, ਪਾਈਨੇਟਲੀ, ਬਾਈਪਾਈਨੇਟਲੀ ਕੰਪਾਊਂਡ, ਸੋ ਔਨ। ਇੱਦਾਂ ਸਾਰਾ ਚੀਜ਼ਾਂ ਇਹ ਤੋਂ ਅਸੀਂ ਸਟੱਡੀ ਕਰ ਸਕਦੇ ਹਾਂ। ਤਾਂ ਇਹ ਜਿਹੜੇ ਇੰਪ੍ਰੈਸ਼ਨਸ ਆ ਜਾਂ ਕੁਆਲੀਫਾਈਡ ਕੰਪ੍ਰੈਸ਼ਨਸ ਆ, ਇਹਨਾਂ ਤੋਂ ਸਿਰਫ ਆਊਟਲਾਈਨ ਮਿਲਦੀ ਆ ਪਲਾਂਟ ਔਰਗਨ ਦੀ। ਆਪਾਂ ਇਹਨਾਂ ਤੋਂ ਉਹ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਕਿਉਂਕਿ ਜਿੱਥੇ ਇਹ ਬਣਦੇ ਆ ਉੱਥੇ ਆਪਾਂ ਕਿਹਾ ਕੋਲ ਮਾਈਨਸ 'ਚ ਆ, ਤਾਂ ਕੋਲ ਜਿਹੜਾ ਆ ਇੱਕਦਮ ਤੁਸੀਂ ਦੇਖੋਗੇ ਤੁਹਾਨੂੰ ਕੋਲ ਲੱਗੂਗਾ, ਆਪਾਂ ਈਜ਼ੀਲੀ ਨਹੀਂ ਪਹਿਚਾਨ ਸਕਦੇ ਕਿ ਇਹ 'ਚ ਫੋਸਿਲ ਆ, ਤੁਸੀਂ ਨਹੀਂ ਪਹਿਚਾਨ ਪਾਓਗੇ। ਪਰ ਜਿਹੜੇ ਪੇਲੀਓਬੋਟਨਿਸਟ ਆ, ਜਿਨ੍ਹਾਂ ਨੇ ਇਹ 'ਚ ਸਪੈਸ਼ਲਾਈਜੇਸ਼ਨ ਹਾਸਿਲ ਕੀਤੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਪੱਥਰ 'ਤੇ ਜਾਂ ਇਸ ਕੋਲੇ 'ਤੇ ਆਪਾਂ ਨੂੰ ਮਿਲ ਜਾਣੀ ਆ ਛਾਪ ਫੋਸਿਲ ਦੀ। ਤਾਂ ਉਹ ਇਹਨਾਂ ਨੂੰ ਲੈਬ 'ਚ ਲਿਆ ਕੇ ਸਟੱਡੀ ਕਰਦੇ ਆ। ਫਿਰ ਕੋਲੀਡੀਫਾਈਡ 'ਚ ਆਪਾਂ ਨੂੰ ਜਿਹੜੇ ਵੈਲ ਪ੍ਰੀਜ਼ਰਵਡ ਕੰਪਰੈਸ਼ਨ ਆਫ ਲੀਵਸ, ਮਤਲਬ ਆਊਟਰ ਪਾਰਟਸ ਜਿਹੜੇ ਵੱਡੇ ਛੋਟੇ ਛੋਟੇ ਹੁੰਦੇ ਆ, ਸਟੈਮ ਮਿਲ ਸਕਦੀ ਆ। ਅਤੇ ਵੇਨਸ, ਸਟੋਮੈਟਾ, ਮੈਂ ਪਹਿਲਾਂ ਵੀ ਦੱਸਿਆ, ਹੇਅਰ, ਥਿਕ ਵਾਲ, ਕੁਛ ਉਹ 'ਚ ਥਿਕ ਵਾਲ ਸੈਲਸ ਵੀ ਮਿਲ ਜਾਂਦੇ ਆ, ਜਿਵੇਂ ਜ਼ਾਈਲਮ ਹੋ ਗਿਆ, ਦੈਨ ਤੁਹਾਡੇ ਸਕਲੈਰਨਕਾਈਮਾ ਹੋ ਗਿਆ, ਕੋਕਲੀਅਰਸ ਹੋ ਗਈ, ਹੈ ਨਾ। ਕੁਆਲੀਫਾਈਡ ਕੰਪ੍ਰੈਸ਼ਨਸ ਆਪਾਂ ਈਜ਼ੀਲੀ ਇਹ ਸਟੱਡੀ ਕਰ ਸਕਦੇ ਹਾਂ। ਅਗਰ ਸਟ੍ਰੈਟੀਫਾਈਡ ਰੌਕ ਆ, ਇਹਦੇ ਵਿੱਚ ਕੰਪ੍ਰੈਸ਼ਨਸ ਜਿਹੜੀਆਂ ਆ ਅਗਰ ਸਪਲਿਟ ਹੋ ਜਾਣ, ਮਤਲਬ ਫਟ ਜਾਣ ਜਾਂ ਖੁੱਲੀਆਂ ਹੋ ਜਾਣ, ਕੰਪ੍ਰੈਸ਼ਨ ਲਾਈਨਾਂ ਹੀ ਹੁੰਦੀਆਂ ਇਹ, ਜਾਂ ਛਾਪਾਂ ਥੋੜ੍ਹੀਆਂ ਜਿਹੀਆਂ ਇੱਦਾਂ ਖੁੱਲ੍ਹ ਕੇ ਦਿਖਣ, ਤਾਂ ਇੱਕ ਸਾਈਡ 'ਤੇ ਸਾਨੂੰ ਉਹਦਾ ਇੱਦਾਂ ਲੱਗੂਗਾ ਕਿ ਮਾਰਕ ਹੈ, ਅਤੇ ਦੂਜੇ ਸਾਈਡ 'ਤੇ ਉਹ ਜਿਹੜਾ ਉਹਦਾ ਕਾਊਂਟਰ ਪਾਰਟ ਕਹਿ ਲਓ, ਜਾਂ ਇਸ ਤਰ੍ਹਾਂ, ਮਤਲਬ ਉੱਪਰੋਂ ਥੱਲੇ। ਹੁਣ ਅਗਰ ਕੋਈ ਲੀਫ ਐਡੀ ਬੜੀ ਆ, ਤਾਂ ਇੱਕ ਤਰਫ ਉਹਦਾ ਕਹਿ ਲਓ ਅਗਲਾ ਹਿੱਸਾ ਦਿਖੂਗਾ, ਪਿਛਲੀ ਤਰਫ ਉਹਦੀ ਜਿਹੜਾ ਪਿਛਲਾ ਪਾਰਟ ਕਲੀਅਰ ਨਹੀਂ ਦਿਖਣਾ ਹੈਗਾ, ਉਹ ਕਿਉਂਕਿ ਦੱਬਿਆ ਆ ਹੋਣਾ ਬਹੁਤ ਜ਼ਿਆਦਾ, ਤਾਂ ਉਹਦਾ ਜਸਟ ਸਾਨੂੰ ਇੱਕ ਟਰੇਸ ਮਿਲ ਜਾਣਾ ਹੈ, ਇਸ ਤਰ੍ਹਾਂ ਦਾ ਇੰਪ੍ਰੈਸ਼ਨ ਮਿਲ ਜਾਣਾ ਆ। ਅਗਲਾ ਪਾਰਟ ਜੇ ਥੋੜ੍ਹਾ ਜਿਹਾ, ਆਹ ਵਾਲਾ ਪਾਰਟ ਜੇ ਥੋੜ੍ਹਾ ਜਿਹਾ ਕਲੀਅਰ ਕੱਟ ਦਿਖੂਗਾ ਵੀ, ਦਿਸ ਵਨ, ਤਾਂ ਪਿਛਲਾ ਜਿਹੜਾ ਪਾਰਟ ਆ ਉਹਦੀ ਜਸਟ ਛਾਪ ਮਿਲੂਗੀ, ਆਊਟਲਾਈਨ ਜੀ ਮਿਲ ਜਾਣੀ ਆਪਾਂ ਨੂੰ। ਉਹ ਤੋਂ ਆਪਾਂ ਸਾਰਾ ਆਈਡੀਆ ਲਗਾ ਸਕਦੇ ਹਾਂ ਪੇਲੀਓਬੋਟਨਿਸਟ ਜਿਹੜੇ ਆ। ਫਿਰ ਜਿਹੜੇ ਸਮੂਥਰ ਅਪਰ ਸਾਈਡ ਜਿਹੜੇ ਲੀਵਸ ਦੀਆਂ ਹੁੰਦੀਆਂ, ਉਹਦੇ ਇਕੱਲੇ ਇੰਪ੍ਰੈਸ਼ਨ ਮਿਲਦੇ ਆ, ਅਤੇ ਆਪੋਜ਼ਿਟ ਸਰਫੇਸ ਸਾਨੂੰ ਕਲੀਅਰ ਉੱਤੇ ਛਪਿਆ ਹੁੰਦਾ ਆ। ਕੰਪ੍ਰੈਸ਼ਨ ਜਿਹੜਾ ਆ, ਹੁਣ ਆਪਾਂ ਉੱਪਰ ਗੱਲ ਕੀਤੀ ਸੀ ਕਿ ਸੈਡੀਮੈਂਟਰੀ ਰੌਕਸ 'ਚ ਹੀ ਹੁੰਦਾ ਆ, ਕੋਲ ਖਾਨਾਂ 'ਚ ਹੁੰਦਾ ਆ, ਔਰ ਇਹਦੇ ਪੋਲਨ ਗ੍ਰੇਨ, ਸਪੋਰਸ, ਕਿਊਟੀਕਲ, ਜਿਹੜੇ ਮਾਈਕਰੋ ਪਾਰਟਸ ਆ ਉਹ ਵੀ ਮਿਲ ਜਾਂਦੇ ਆ, ਪੱਤੀਆਂ ਵੱਡੀਆਂ, ਕੋਨਸ, ਫਲਾਵਰਸ, ਉਹਨਾਂ ਦੇ ਵੀ ਇੰਪ੍ਰੈਸ਼ਨ ਮਿਲ ਜਾਣੇ ਆ। ਸਿਗਨੀਫਿਕੈਂਟ ਐਗਜ਼ਾਮਪਲ ਇਹਦਾ ਹੈਗਾ ਆ ਕੋਲ, ਹੈ ਨਾ। ਜਦੋਂ ਕੋਲ ਖਾਨਾ 'ਚੋਂ ਕੋਲ ਕੱਢਦੇ ਆ, ਤਾਂ ਬਹੁਤ ਸਾਰੇ ਕੋਲਿਆਂ 'ਤੇ ਮੈਂ ਤੁਹਾਨੂੰ ਪਿਕਚਰ ਸੈਂਡ ਕਰੂੰਗੀ, ਉਹ ਤੁਹਾਨੂੰ ਇਹਦੀਆਂ ਬਹੁਤ ਸਾਰੇ ਜਿਹੜੇ ਕੋਲਸ ਆ ਉੱਤੇ ਫੋਸਿਲ ਇੰਪ੍ਰੈਸ਼ਨਸ ਹੁੰਦੇ ਆ। ਅਤੇ ਕੰਪ੍ਰੈਸ਼ਨ ਦੇ ਵਿੱਚ ਪਲਾਂਟ ਮਟੀਰੀਅਲ ਜ਼ਿਆਦਾਤਰ ਕਰਸ਼ਡ ਹੋ ਜਾਂਦਾ ਆ ਅਤੇ ਮੈਟਾਮੋਰਫੋਸਡ ਹੋ ਜਾਂਦਾ ਆ ਡਿਊ ਟੂ ਡਾਊਨਵਰਡ ਪ੍ਰੈਸ਼ਰ ਆਫ ਸੈਡੀਮੈਂਟ ਐਂਡ ਵਾਟਰ। ਬੇਟੇ ਆਹ ਚੀਜ਼ ਆ, ਮੇਰਾ ਹੱਥ ਅਗਰ ਉੱਪਰੋਂ ਵੀ ਦੱਬ ਜਾਵੇ, ਥੱਲਿਓਂ ਵੀ ਦੱਬ ਜਾਵੇ, ਤਾਂ ਇਹਦੇ ਮਟੀਰੀਅਲ ਸਾਰੇ ਬਾਹਰ ਨਿਕਲ ਕੇ ਇਹਨੇ ਪਿਚਕਣਾ ਆ। ਤਾਂ ਓਬਵੀਅਸ ਹੈ ਕਿ ਜਿਹੜਾ ਮਟੀਰੀਅਲ ਨਿਕਲਿਆ ਉਹ ਤਾਂ ਉੱਥੇ ਹੀ ਸੈਡੀਮੈਂਟਸ ਨਾਲ ਥੋੜ੍ਹਾ ਬਹੁਤ ਬਹਿ ਵੀ ਜਾਣਾ, ਥੋੜ੍ਹਾ ਬਹੁਤ ਰੌਕ ਦੇ ਆਲੇ ਦੁਆਲੇ ਲੱਗ ਜਾਣਾ ਆ, ਥੋੜ੍ਹਾ ਰੌਕ ਦੇ ਉੱਪਰ ਲੱਗ ਜਾਣਾ ਆ, ਥੋੜ੍ਹੀ ਉਹਦੀ ਛਾਪ ਕਿਤੇ ਸਾਈਡਾਂ 'ਤੇ, ਆਪੋਜ਼ਿਟ ਸਾਈਡ 'ਤੇ, ਇੱਦਾਂ ਥੱਲਿਓਂ ਵੀ ਵਿੱਚ ਬਣਨਾ ਉਹਦਾ ਕੁਛ ਪਾਰਟ ਰਿਸ ਕੇ। ਤਾਂ ਇਸ ਕਰਕੇ ਉਹਨੂੰ 2 ਡਾਇਮੈਂਸ਼ਨਲ ਸਟਰਕਚਰ ਕਹਿੰਦੇ ਆ ਕਿ ਇੰਪ੍ਰੈਸ਼ਨ ਵੀ ਮਿਲ ਜਾਂਦਾ ਆ ਔਰ ਪਾਰਟ ਵੀ ਮਿਲ ਜਾਂਦਾ ਆ। ਕੁਛ ਡੈਮੇਜ ਵੀ ਹੋ ਜਾਂਦਾ, ਜ਼ਰੂਰ ਡੈਮੇਜ ਹੁੰਦਾ ਆ, ਇਹ ਨਹੀਂ ਕਿ ਸਾਰਾ ਇੱਦਾਂ ਦਾ ਇੱਦਾਂ ਹੀ ਬਣ ਜਾਂਦਾ ਆ। ਕੋਲ ਕਈ ਤਰ੍ਹਾਂ ਦੇ ਆ, ਪੀਟ ਕੋਲ ਹੋ ਗਿਆ, ਲਿਗਨਾਈਟ ਹੋ ਗਿਆ, ਹੈ ਨਾ। ਤਾਂ ਪੀਟ ਉਹ ਆ ਜਿਹਦੇ ਵਿੱਚ ਪਲਾਂਟ ਮਟੀਰੀਅਲ ਘੱਟ ਮੈਟਾਮੋਰਫੋਸਡ ਹੁੰਦਾ ਆ,
ਬਿਟੂਮਿਨਸ ਜਿਹੜਾ ਆ ਉਹ ਕਾਮਨ ਕੋਲਡ ਆ ਕਾਮਨ ਕੋਲ ਆ। ਫਿਰ ਅਸੀਂ ਪੜ੍ਹਨਾ ਆ ਬਿਟੂਮਿਨਸ ਕੋਲ, ਕਾਮਨ ਕੋਲ ਆ ਜਿਹੜਾ ਅਸੀਂ ਫੈਕਟਰੀਜ਼ ਵਗੈਰਾ 'ਚ ਹੋਮਸ 'ਚ ਜਲਾਉਣ ਦੇ ਕੰਮ ਆਉਂਦਾ ਆ। ਜਿਹੜਾ ਇਹਨਾਂ ਦੇ ਵਿੱਚ ਪਲਾਂਟ ਮਟੀਰੀਅਲਸ ਜਿਹੜਾ ਉਹ ਜ਼ਿਆਦਾ ਮੈਟਾਮੋਰਫੋਸਡ ਹੋ ਜਾਂਦਾ ਆ, ਤਾਂ ਕਿ ਉਹ ਜ਼ਿਆਦਾ ਮੈਟਾਮੋਰਫੋਸਡ ਹੋ ਜਾਂਦਾ ਹੈ ਤਾਂ ਘੱਟ ਦਿਖਦਾ ਆ ਸਾਨੂੰ। ਥਰਡ ਕੈਟਾਗਰੀ ਹੈਗੀ ਐਂਥਰਾਸਾਈਟ। ਇਹ ਕਾਈਂਡ ਆਫ ਰੌਕ ਹੈ ਜਿਹਦੇ ਵਿੱਚ ਪਲਾਂਟ ਮਟੀਰੀਅਲਸ ਹਾਈਲੀ ਮੈਟਾਮੋਰਫਾਈਜ਼ਡ ਹੋ ਜਾਂਦਾ ਹੈ, ਇਸ ਕਰਕੇ ਉਹ ਪਹਿਚਾਣ ਹੀ ਨਹੀਂ ਸਕਦੇ। ਤਾਂ ਮਤਲਬ ਪਹਿਚਾਨਣ ਲਈ ਵੀ ਸਹੀ ਸਟਰਕਚਰ ਬਣਿਆ ਹੋਣਾ ਚਾਹੀਦਾ, ਸਹੀ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਆ। ਕੋਲ ਉੱਦਾਂ ਦਾ ਹੈ। ਪੀਟ ਜੇ ਤੁਹਾਨੂੰ 1 ਮਾਰਕ 'ਚ ਕੁਐਸਚਨ ਪੁੱਛ ਲਏ ਕਿ ਕਿਹੜੇ ਕੋਲ 'ਚ ਇੰਪ੍ਰੈਸ਼ਨਸ ਜਾਂ ਫੋਸਿਲ ਈਜ਼ੀਲੀ ਫਾਰਮਡ ਹੁੰਦੇ ਆ, ਤਾਂ ਉਹ ਹੈਗੇ ਪੀਟ ਜਾਂ ਲਿਗਨਾਈਟ ਕੋਲ। ਇਹ ਯਾਦ ਰੱਖਣਾ ਹੈ। ਹੁਣ ਬੇਟੇ ਨੈਕਸਟ ਹੈਗਾ ਆ ਪ੍ਰੋਸੈਸ ਆਫ ਫੋਸਿਲਾਈਜੇਸ਼ਨ। ਇਹ ਪ੍ਰੋਸੈਸ ਆਫ ਫੋਸਿਲਾਈਜੇਸ਼ਨ ਜਿਹੜਾ ਆ ਇਹ ਇੰਪੋਰਟੈਂਟ ਆ। ਥੋੜ੍ਹਾ ਜਿਹਾ ਅਗਰ ਅਸੀਂ ਇਹਦਾ ਇੰਟਰੋਡਕਸ਼ਨ ਦੇਖ ਲਈਏ ਕਿ ਪਲਾਂਟਸ ਜਾਂ ਪਲਾਂਟ ਪਾਰਟਸ ਜਿਹੜੇ ਆ ਉਹ ਜਾਂਦੇ ਆ ਕਿਸੇ ਵੀ ਕਾਰਨ, ਕਿਸੇ ਵੀ ਫੈਕਟਰ ਨਾਲ ਪਹੁੰਚਦੇ ਆ ਰਿਵਰਸ, ਲੇਕਸ, ਪੌਂਡਸ ਜਾਂ ਫਿਰ ਧਰਤੀ ਦੇ ਨੀਚੇ ਕਿਸੇ ਤਰ੍ਹਾਂ ਲਾਵਾ ਹੋਇਆ ਹੈ ਨਾ, ਅਤੇ ਉੱਥੇ ਉਹ ਕੀ ਕਰਦੇ ਹੁੰਦੇ ਆ, ਬਰੀਡ ਹੋ ਜਾਂਦੇ ਆ ਸੈਡੀਮੈਂਟਰੀ ਰੌਕਸ। ਹੁਣ ਰੌਕਸ ਕੋਈ ਵੀ ਹੋ ਸਕਦੇ ਆ, ਪਰ ਜ਼ਿਆਦਾਤਰ ਸੈਡੀਮੈਂਟਰੀ ਰੌਕਸ ਜਿੱਥੇ ਹੋਣਗੇ ਉੱਥੇ ਦੀ ਆਪਾਂ ਗੱਲ ਕਰਦੇ ਹਾਂ। ਹੁਣ ਜਿਹੜੇ ਸੈਡੀਮੈਂਟਰੀ ਪਾਰਟੀਕਲਸ ਆ, ਜਿੱਦਾਂ ਮੱਡ ਹੋ ਗਈ ਜਾਂ ਫਿਰ ਸੈਂਡ ਹੋ ਗਈ, ਇਹ ਪਾਣੀ 'ਚੋਂ ਥੱਲੇ ਜਮ੍ਹਾਂ ਹੁੰਦੀ ਰਹਿੰਦੀ ਆ, ਨਵੀਂ ਹੋਰ ਆ ਕੇ ਜਮ੍ਹਾਂ ਹੁੰਦੀ ਰਹਿੰਦੀ ਆ। ਜਿਹੜੇ ਬਰੀਡ ਪਲਾਂਟਸ ਆ ਉਹਨਾਂ ਵਿੱਚ ਵੀ ਹਾਈਡਰੋਲਿਸਿਸ ਹੁੰਦਾ ਆ, ਹੈ ਨਾ। ਉਹਨਾਂ ਦੀ ਸੈੱਲ ਵਾਲ ਜਿਹੜੀ ਆ ਉਹ ਸੌਫਟ ਹੁੰਦੀ ਆ, ਸੈੱਲ ਵਾਲ ਸੌਫਟ ਹੁੰਦੀ ਰਹਿੰਦੀ ਆ ਜਦ ਕੋਈ ਚੀਜ਼ ਪਾਣੀ 'ਚ ਪਈ ਰਹਿਣੀ। ਹੁਣ ਇੰਨੇ ਹਾਰਡ ਚਨੇ ਆ, ਜਦੋਂ ਤੁਸੀਂ ਉਹਨਾਂ ਨੂੰ ਓਵਰਨਾਈਟ ਪਾਣੀ 'ਚ ਰੱਖਦੇ ਆ, ਰਾਜਮਾ ਆ, ਤਾਂ ਉਹ ਕਿਵੇਂ ਸੌਫਟ ਹੋ ਜਾਂਦੇ ਆ, ਇਸੇ ਤਰ੍ਹਾਂ ਇਹ ਵੀ ਇੰਨੇ ਸਾਲਾਂ 'ਚ ਸੌਫਟ ਹੁੰਦੇ ਰਹਿੰਦੇ ਆ। ਔਰ ਇਹਨਾਂ ਦੇ ਟਿਸ਼ੂਜ਼ ਵੀ ਜਿਹੜੇ ਆ ਉਹ ਵੀ ਸੌਫਟ ਹੋ ਜਾਂਦੇ ਆ। ਹੁਣ ਜਿਹੜਾ ਪ੍ਰੈਸ਼ਰ ਹੁੰਦਾ ਆ, ਸੈਡੀਮੈਂਟਰੀ ਰੌਕਸ ਵੀ ਇਹਨਾਂ 'ਤੇ ਪ੍ਰੈਸ਼ਰ ਲਗਾਉਂਦੇ, ਜਿੱਦਾਂ ਉੱਪਰ ਆ ਕੇ ਸੈਡੀਮੈਂਟ ਰੌਕਸ ਹੋਰ ਪਈ ਜਾਣੇ ਆ, ਰੇਤਾ ਪਈ ਜਾਣਾ ਆ, ਵਾਟਰ ਆਈ ਜਾਣਾ ਹੈ। ਇਹਦੇ ਨਾਲ ਉਹ ਪੂਰੀ ਤਰ੍ਹਾਂ ਕੰਪਰੈਸਡ ਹੋ ਜਾਂਦੇ ਆ, ਦੱਬ ਜਾਂਦੇ ਆ, ਦਬਾਅ ਕਹਿੰਦੇ ਆ ਕੰਪਰੈਸ਼ਨ ਨੂੰ, ਅਤੇ ਕੋਲੈਪਸ ਮੈਂ ਜਿੱਦਾਂ ਦੱਸਿਆ ਪਿਚਕ ਜਾਂਦੇ ਆ, ਫਟ ਜਾਂਦੇ ਆ, ਹੈ ਨਾ। ਅਤੇ ਇਹਦੇ ਵਿੱਚ ਉਹਨਾਂ ਦੀ ਜਿੰਨੇ ਗੈਸ਼ੀਅਸ, ਮੋਇਸਚਰ, ਹੋਰ ਸੋਲਿਬਲ ਮਟੀਰੀਅਲ ਜਿਹੜਾ ਆ, ਟਿਸ਼ੂਜ਼ ਵਗੈਰਾ, ਉਹ ਸਾਰੇ ਨਿਕਲ ਜਾਂਦੇ ਆ। ਜਿਹੜੇ ਹਾਰਡ ਹੁੰਦੇ ਆ, ਜਿੱਦਾਂ ਕਾਰਬਨ ਲੇਅਰ ਦੀ ਗੱਲ ਕੀਤੀ, ਉਹ ਉੱਥੇ ਪੱਥਰਾਂ 'ਤੇ ਜੰਮ ਜਾਂਦੇ ਆ ਜਾਂ ਲੇਅਰਸ ਫਾਰਮ ਕਰ ਲੈਂਦੇ ਆ, ਕਾਰਬਨਾਈਜੇਸ਼ਨ ਵਗੈਰਾ ਜਿਹਨੂੰ ਕਹਿੰਦੇ, ਆਪਾਂ ਹੁਣੇ ਪੜ੍ਹ ਕੇ ਆਏ ਹਾਂ। ਥੋੜ੍ਹੀ ਜਿਹੀ ਇਹਨਾਂ ਦੀ ਸਟਰਕਚਰ ਜਿਹੜੀ ਆ ਕੰਪਾਊਂਡਸ ਵਗੈਰਾ ਦੀ ਜਾਂ ਰੈਸੀਡਿਊਸ ਪਲਾਂਟ ਪਾਰਟਸ ਦੀ ਉਹ ਆਲਟਰ ਵੀ ਹੁੰਦੀ ਆ, ਹੈ ਨਾ। ਕਲਰ ਵੀ ਉਹਨਾਂ ਦਾ ਚੇਂਜ ਹੁੰਦਾ ਆ, ਥੋੜ੍ਹਾ ਜਿਹਾ ਮੋਰਫੋਲੋਜੀ ਵੀ ਚੇਂਜ ਹੋ ਜਾਂਦੀ ਆ। ਤਾਂ ਉਹ ਡਿਪੈਂਡ ਕਰੂਗਾ ਕਿ ਕਿੰਨਾ ਡਿਗਰੀ ਆਫ ਮਿਨਰਲਾਈਜੇਸ਼ਨ ਹੋਇਆ ਆ ਇਹਨਾਂ ਦਾ। ਫਿਰ ਹੌਲੀ ਹੌਲੀ ਕੰਪਰੈਸਡ ਪਾਰਟ ਜਿਹੜਾ ਆ ਉਹ ਫਲੈਟ ਹੋ ਕੇ ਇੱਕ ਕੰਪਰੈਸ਼ਨ ਫਾਰਮ ਕਰ ਲੈਂਦਾ ਆ। ਕੰਪਰੈਸ਼ਨ, ਇੰਪਰੈਸ਼ਨ, ਉਹ ਕਹਿ ਲਓ ਕਿ ਫੋਸਿਲ ਬਣ ਜਾਂਦਾ ਆ। ਫਿਰ ਅਸੀਂ ਗੱਲ ਕਰੀਏ ਕਿ ਕਰੈਕਟਰਿਸਟਿਕ ਫੀਚਰਸ ਕੀ ਆ ਕੰਪਰੈਸ਼ਨਸ ਦੇ, ਤਾਂ ਬੇਟਾ ਉਹੀ ਆ, ਗੱਲ ਇੱਕੋ ਹੀ ਆਉਣੀ ਆ ਹੁਣ ਇਹਦੇ ਵਿੱਚ ਬਾਰ-ਬਾਰ, ਕਿ ਜਦੋਂ ਪ੍ਰੀਜ਼ਰਵੇਸ਼ਨ ਹੁੰਦਾ ਆ ਅਤੇ ਵੋਲਾਟਾਈਲ ਮਟੀਰੀਅਲ ਹੁਣੇ ਜਿਹੜਾ ਪੜ੍ਹ ਕੇ ਆਏ ਆ, ਸਾਰਾ ਜਿੰਨਾ ਕੁ ਡਿਜ਼ੋਲਵਡ ਜਿੰਨਾ ਕੁ ਪਾਣੀ 'ਚ ਡਿਜ਼ੋਲਵ ਹੁੰਦੇ ਆ ਮਟੀਰੀਅਲਸ, ਆਰਗੈਨਿਕ ਕੰਪਾਊਂਡਸ, ਉਹ ਤਾਂ ਸਾਰੇ ਬਹਿ ਬੂ ਜਾਂਦੇ ਆ। ਜਿਹੜਾ ਨਹੀਂ ਡਿਜ਼ੋਲਵ ਹੋਣ ਵਾਲਾ ਆ ਉਹ ਉੱਥੇ ਰਹਿ ਜਾਂਦੇ ਆ, ਉਹਨਾਂ ਦੀ ਇੱਕ ਥਿਨ ਲੇਅਰ ਬਣ ਜਾਂਦੀ ਆ, ਹੈ ਨਾ। ਔਰ ਜਿਹੜੇ ਪਲਾਂਟਸ ਦੇ ਰੈਸੀਡਿਊ ਬਚਦੇ ਆ
ਉਹ ਸਾਰੇ ਇੱਕ ਰੌਕਸ ਵਗੈਰਾ 'ਤੇ ਜਾਂ ਸੈਡੀਮੈਂਟਰੀ ਰੌਕਸ ਵਗੈਰਾ 'ਤੇ ਜਾਂ ਕੋਲੇ 'ਤੇ ਡਾਰਕ ਲੇਅਰਸ ਫਾਰਮ ਕਰ ਲੈਂਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਆ ਫੋਸਿਲ। ਮਤਲਬ ਇਹ ਫਸਟ ਸਟੈਪ ਆ ਪ੍ਰੋਸੈਸ ਆਫ ਫੋਸਿਲਾਈਜੇਸ਼ਨ ਦਾ ਜਾਂ ਫਾਰਮੇਸ਼ਨ ਆਫ ਫੋਸਿਲ ਦਾ। ਹੁਣ ਸ਼ੇਲ ਬੇਟਾ ਕੀ ਆ, ਸੈਡੀਮੈਂਟਰੀ ਜਿਹੜੇ ਰੌਕਸ ਹੁੰਦੇ ਆ ਉਹਨਾਂ ਦੇ ਵਿੱਚ ਜਿੱਦਾਂ ਮੱਡ, ਕਲੇ, ਮਿਨਰਲਸ ਵਗੈਰਾ ਆ, ਉਹਨੂੰ ਅਸੀਂ ਕਹਿ ਦਿੰਦੇ ਸ਼ੇਲ। ਕਾਮਨ ਨੇਮ ਆ ਇੱਕ ਸ਼ੇਲ। ਫਿਰ ਕੁਝ ਫੋਸਿਲਸ ਜਿਹੜੇ ਆ ਉਹਨਾਂ 'ਚ ਜਿਨ੍ਹਾਂ 'ਚ ਕਿਊਟੀਕਲ ਵਗੈਰਾ ਪ੍ਰੈਜ਼ੈਂਟ ਹੁੰਦੇ ਆ, ਉਹ ਸਾਨੂੰ ਫੋਸਿਲਸ ਤੋਂ ਪਤਾ ਲੱਗਦਾ ਆ ਕਿ ਪਲਾਂਟ ਦਾ ਜਿੱਦਾਂ ਲੀਫ ਦਾ ਆਊਟਰਮੋਸਟ ਲੇਅਰ ਉੱਥੇ ਪ੍ਰੀਜ਼ਰਵਡ ਹੋਈ ਤਾਂ ਉਹ ਪਤਾ ਲੱਗ ਜਾਣਾ ਕਿ ਕਿਊਟੀਕਲ ਪ੍ਰੈਜ਼ੈਂਟ ਸੀਗਾ। ਕਈ ਵਾਰ ਕਿਊਟੀਕਲ ਡੈਮੇਜ ਹੁੰਦੀ ਹੈ, ਇਸ ਤਰ੍ਹਾਂ ਦਾ ਕੁਝ ਸੈਲਸ ਜੇ ਦਿਖਣ ਤਾਂ ਉਹ ਐਪੀਡਰਮਿਸ ਉਹਨੂੰ ਮੰਨ ਲੈਂਦੇ ਆ। ਇਹ ਡਿਪੈਂਡ ਕਰੂਗਾ ਕੀ ਦਿਖਦਾ ਹੈ। ਥਿਕ ਵਾਲ, ਜ਼ਾਈਲਮ, ਫਲੋਇਮ, ਸਕਲੈਰਨਕਾਈਮਾ, ਇਹ ਹਾਰਡ ਹੁੰਦੇ ਆ, ਇਸ ਕਰਕੇ ਇਹਨਾਂ ਦਾ ਟੈਕਸਚਰ ਜਾਂ ਕੌਨਸਟੀਚੁਐਂਸੀ ਥੋੜ੍ਹੀ ਜਿਹੀ ਜਲਦੀ ਨਹੀਂ ਚੇਂਜ ਹੁੰਦੀ ਹੈਗੀ। ਇਹ ਇੱਦਾਂ ਹੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਆ। ਫਿਰ ਅਸੀਂ ਜੇ ਗੱਲ ਕਰੀਏ ਆਪਣੇ ਥਰਡ ਜਿਹੜਾ ਪੁਆਇੰਟ, ਥਰਡ ਜਿਹੜੀ ਕੰਡੀਸ਼ਨ ਆ ਕਿ ਫਾਈਨਲ ਜਿਹੜਾ ਪਲਾਂਟ ਕੰਪਰੈਸ਼ਨ ਫਾਰਮ ਹੁੰਦਾ ਆ, ਉਹ ਡਿਪੈਂਡ ਕਰਦਾ ਆ ਸਰਫੇਸ ਉੱਥੇ ਕਿੱਦਾਂ ਦਾ ਸੀਗਾ, ਇੰਟਰਨਲ ਟਿਸ਼ੂਜ਼ ਉਹ 'ਚ ਪਲਾਂਟਸ 'ਚ ਕਿਹੜੇ ਪ੍ਰੈਜ਼ੈਂਟ ਸੀਗੇ, ਪਲਾਂਟ ਬੋਡੀ ਕਿੱਦਾਂ ਦੀ ਪ੍ਰੀਜ਼ਰਵਡ ਹੋਈ ਆ ਸੈਡੀਮੈਂਟਸ 'ਚ, ਛੋਟਾ ਆ, ਵੱਡਾ ਆ, ਮੋਟਾ ਆ, ਪਤਲਾ ਆ, ਲੰਬਾ ਆ, ਇਹ ਸਾਰਾ ਆਪਾਂ ਨੂੰ ਉਹ ਤੋਂ ਆਈਡੀਆ ਲੱਗ ਜਾਂਦਾ ਆ। ਜਦੋਂ ਮੈਂ ਤੁਹਾਨੂੰ ਫੋਟੋਜ਼ ਭੇਜੂੰਗੀ ਉਹ 'ਚੋਂ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਲੱਗ ਜਾਣਾ ਆ। ਇੱਦਾਂ ਹੀ ਫਿਰ ਸੌਫਟ ਟਿਸ਼ੂਜ਼, ਮੇਜ਼ੋਫਿਲ ਲੀਵਸ। ਹੁਣ ਇਹ ਨਹੀਂ ਹੈਗਾ ਕਿ ਇੱਕੋ ਹੀ ਰੌਕ 'ਤੇ ਸਾਰੇ ਆ ਜਾਣਗੇ। ਮੰਨ ਲਓ ਇੱਥੇ ਪੱਤੀ ਆ ਗਈ, ਇੱਥੇ ਜ਼ਾਈਲਮ ਫਲੋਇਮ ਆ ਗਏ, ਇੱਥੇ ਸਟੈਮ ਦਾ ਹਿੱਸਾ ਆ ਗਿਆ, ਇੱਥੇ ਜੋ ਵੀ ਰੂਟਸ ਦਾ ਕੋਈ ਹਿੱਸਾ ਆ ਗਿਆ। ਇੱਦਾਂ ਅਲੱਗ-ਅਲੱਗ ਪੱਥਰਾਂ 'ਤੇ, ਅਲੱਗ-ਅਲੱਗ ਕੋਲਿਆਂ 'ਤੇ ਆਪਾਂ ਨੂੰ ਫਿਰ ਉਹ ਜਿਹੜੇ ਪੇਲੀਓਬੋਟਨਿਸਟ ਉਹ ਇੱਦਾਂ ਇਕੱਠੇ ਰੱਖ ਕੇ ਸਾਰੇ ਤਾਂ ਸਟੱਡੀ ਕਰਦੇ। ਬੇਟਾ ਜਿੱਦਾਂ ਹੁਣ ਆਹ ਇੱਕ ਪਾਰਟ ਮਿਲਿਆ, ਫਿਰ ਹੋ ਸਕਦਾ ਇੱਥੇ ਮਿਲੇ, ਫਿਰ ਹੋ ਸਕਦਾ ਕਿ 40 ਕਿਲੋਮੀਟਰ ਦੂਰ ਮਿਲੇ, ਤਾਂ ਇਹਨਾਂ ਨੂੰ ਇੱਦਾਂ ਰੱਖ ਕੇ ਫਿਰ ਇੱਕ ਪੂਰੀ ਇੱਦਾਂ ਪਤਾ ਲੱਗ ਜਾਂਦਾ ਹੈ ਪਲਾਂਟ ਕਿੱਦਾਂ ਦਾ ਹੈ। ਫਿਰ ਇਹਨੂੰ ਯੂਜ਼ ਕਰਦੇ ਜਿਹੜਾ ਇੰਪੋਰਟੈਂਟ ਆ ਕਿ ਪਤਾ ਲੱਗ ਜਾਂਦਾ ਆਪਾਂ ਨੂੰ ਲੀਫ ਕਿੱਦਾਂ ਦੀ ਆ, ਉਹਦੇ ਵਿੱਚ ਵਿਨੇਸ਼ਨ, ਪੈਰਲਲ ਵਿਨੇਸ਼ਨ, ਮਤਲਬ ਪੱਤੀਆਂ ਇਸ ਤਰ੍ਹਾਂ ਪੈਰਲਲ ਵਿਨੇਸ਼ਨ ਇੱਦਾਂ ਦਾ ਆ। ਇਹ ਸਾਰੀ ਚੀਜ਼ਾਂ ਇਹ ਤੋਂ ਪਤਾ ਲੱਗ ਜਾਂਦੀਆਂ। ਫਿਰ ਅਸੀਂ ਜੇ ਗੱਲ ਕਰੀਏ ਸੈਮੈਂਟੇਸ਼ਨ ਜਾਂ ਆਰਥੋਜੈਨਿਕ ਪ੍ਰਜ਼ਰਵੇਸ਼ਨ, ਅਤੇ ਇਹ ਇੱਦਾਂ ਦੇ ਫੋਸਿਲ ਆ ਜਿਨ੍ਹਾਂ ਦੇ ਵਿੱਚ ਸਰਫੇਸ ਲੇਅਰ ਪਲਾਂਟ ਜਾਂ ਪਲਾਂਟ ਪਾਰਟ ਦੀ, ਮਤਲਬ ਹੁਣ ਇਹ ਜਿੱਥੇ ਜਿੱਦਾਂ ਇੱਥੇ ਇਸ ਪੱਥਰ 'ਤੇ ਜੰਮੇ ਤਾਂ ਆਲੇ ਦੁਆਲੇ ਮਿੱਟੀ ਜਾਂ ਹੋਰ ਪੱਥਰਾਂ ਦੇ ਲੇਅਰ ਜਾਂ ਹੋਰ ਚੀਜ਼ਾਂ ਦੇ ਲੇਅਰ ਇੰਨੀ ਕੁ ਜੰਮ ਜਾਣੀਆਂ। ਜਿੱਦਾਂ ਹੁਣ ਤੁਸੀਂ ਕੋਈ ਥੜਾ ਬਣਾਉਂਦੇ ਆ ਤਾਂ ਉਹਦੇ ਆਲੇ ਦੁਆਲੇ ਸੀਮੈਂਟ ਲਗਾ ਕੇ ਉਹਨੂੰ ਪੱਕਾ ਕਰਦੇ ਨੇ, ਇਸ ਤਰ੍ਹਾਂ ਇਹਨੂੰ ਆਲੇ ਦੁਆਲੇ ਕੋਈ ਵੀ ਕੁਛ ਚੀਜ਼ਾਂ ਜੰਮੀ ਜਾਣ, ਇਹਨੂੰ ਅਸੀਂ ਕਹਿੰਦੇ ਹਾਂ ਸੀਮੈਂਟਿੰਗ, ਸੀਮੈਂਟੇਸ਼ਨ ਹੋ ਗਿਆ ਉਹਦਾ। ਇੱਥੋਂ ਵੀ ਜਿਹੜੇ ਪਲਾਂਟ ਪਾਰਟਸ ਆ ਅਸੀਂ ਸਟੱਡੀ ਕਰ ਸਕਦੇ ਹਾਂ। ਇਹਦੇ ਵਿੱਚ ਫਸਟ ਆਉਂਦਾ ਆ ਇੰਪ੍ਰੈਸ਼ਨ। ਇੰਪ੍ਰੈਸ਼ਨ ਤਾਂ ਉਹੀ ਆ, kind of fossil formed from the flat dorsiventral two-dimensional plant body. ਲੀਵਸ ਵਗੈਰਾ ਇਹ 'ਚ ਮੀਜ਼ੋਫਿਲਸ ਸਪੋਰੋਫਿਲਸ ਵਗੈਰਾ, ਕੋਨਸ ਵਗੈਰਾ ਇਹ ਤੋਂ ਅਸੀਂ ਸਟੱਡੀ ਕਰ ਸਕਦੇ ਹਾਂ। ਫੋਸਿਲ ਇਹਦੇ ਵਿੱਚ ਆਰਗੈਨਿਕ ਮਟੀਰੀਅਲ ਕੋਈ ਨਹੀਂ ਹੁੰਦਾ ਹੈਗਾ, ਹੈ ਨਾ। ਟਿਸ਼ੂਜ਼ ਤਾਂ ਜ਼ਰੂਰ ਲਾਸ ਹੁੰਦੇ ਆ, ਇਹ ਮੈਂ ਤੁਹਾਨੂੰ ਦੱਸਿਆ ਹੀ ਆ। They are usually darker in color than the surface of rock. Rocks ਤੋਂ darker ਹੁੰਦੇ ਤਾਂ ਹੀ ਈਜ਼ੀਲੀ ਇਹ ਪਹਿਚਾਣ ਹੋ ਜਾਂਦੇ ਆ। ਠੀਕ ਹੈ, ਇੱਦਾਂ ਦੇ ਇੰਪ੍ਰਿੰਟਸ ਤੋਂ ਫਲੈਟ ਔਰਗਨਸ ਪਤਾ ਲੱਗ ਜਾਂਦਾ ਹੈ ਕਿ ਮੋਟੇ ਆ ਕਿ ਪਤਲੇ ਹੋਣਗੇ ਇਹ
ਇੰਪ੍ਰੈਸ਼ਨਸ ਤੋਂ। ਠੀਕ ਹੈ ਬੇਟਾ, ਵਿਦ ਦਿਸ ਆਪਣਾ ਇਹ ਵਾਲਾ ਟੌਪਿਕ ख़त्म ਹੋ ਗਿਆ। ਨੈਕਸਟ ਆਪਾਂ ਟੌਪਿਕ ਜਿਹੜਾ ਆ ਇਸ ਤੋਂ ਅਗਲੇ ਹੀ ਕਾਸਟ ਮੋਲਸ ਵਗੈਰਾ ਸਟੱਡੀ ਕਰਾਂਗੇ। ਪੁੱਛ ਲਿਓ, ਜੇ ਨਹੀਂ ਸਮਝ ਆਇਆ ਪਹਿਲਾਂ ਸੁਣ ਲਿਓ ਵੀਡੀਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ।